ਸਤਿ ਸ਼੍ਰੀ ਅਕਾਲ ਸਟੂਡੈਂਟਸ। ਆਇਲਸ ਦੇ ਵਿੱਚ ਰੀਡਿੰਗ ਇਜ਼ ਦਾ ਵਨ ਆਫ ਦਾ ਡਿਫਿਕਲਟ ਟਾਸਕ ਐਂਡ ਮੈਨੀ ਸਟੂਡੈਂਟਸ ਫੇਸ ਡਿਫਿਕਲਟੀਜ਼। ਤੇ ਰੀਡਿੰਗ ਦੇ ਵਿੱਚ ਜਦੋਂ ਫਿਲ ਇਨ ਦਾ ਬਲੈਂਕਸ ਆ ਜਾਣ ਦੈਟ ਬਿਕਮਸ ਅਨਦਰ ਡਿਫਿਕਲਟ ਟਾਸਕ। ਸੋ ਸਟੂਡੈਂਟਸ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਇਲਸ ਰੀਡਿੰਗ ਦੇ ਵਿੱਚ ਵੈਦਰ ਇਟ ਇਜ਼ ਐਕੈਡੈਮਿਕ ਔਰ ਜਨਰਲ ਰੀਡਿੰਗ, ਹਾਊ ਯੂ ਹੈਵ ਟੂ ਫਾਈਂਡ ਦਾ ਫਿਲ ਇਨ ਦਾ ਬਲੈਂਕਸ। ਐਂਡ ਗਾਰੰਟੀ ਦੇ ਨਾਲ ਕਹਿਣਾ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਡੈਫੀਨੇਟਲੀ ਤੁਹਾਨੂੰ ਰੀਡਿੰਗ ਦੀਆਂ ਫਿਲ ਇਨ ਦਾ ਬਲੈਂਕਸ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਉਣ ਵਾਲੀ ਹੈਗੀ। ਸੋ ਟਾਈਮ ਵੇਸਟ ਨਹੀਂ ਕਰਦੇ ਸਟੂਡੈਂਟ, ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਤੇ ਦੇਖਦੇ ਹਾਂ ਕਿ ਆਪਾਂ ਰੀਡਿੰਗ ਦੇ ਵਿੱਚ ਫਿਲ ਇਨ ਦਾ ਬਲੈਂਕਸ ਨੂੰ ਕਿਵੇਂ ਫਾਈਂਡ ਆਊਟ ਕਰਨਾ। ਸਟੂਡੈਂਟਸ ਵੀਡੀਓ ਦੇ ਐਂਡ ਤੱਕ ਬਣੇ ਰਹੋ ਔਰ ਐਂਡ ਤੱਕ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਦੈਨ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰਕੇ ਜਾਇਓ। ਸੋ ਸਟਾਰਟ ਕਰਦੇ ਹਾਂ, ਲੈਟਸ ਗੈਟ ਸਟਾਰਟਡ। ਫਸਟ ਆਫ ਆਲ ਅਸੀਂ ਕੰਡੀਸ਼ਨ ਦੇਖਾਂਗੇ ਨੋ ਮੋਰ ਦੈਨ 2 ਵਰਡਸ। ਇਟ ਮੀਨਸ ਕੀ ਆ ਕਿ ਸਾਡਾ ਜਿਹੜਾ ਆ 2 ਵਰਡਸ ਤੋਂ ਜ਼ਿਆਦਾ ਦਾ ਆਨਸਰ ਨਹੀਂ ਹੋਊਗਾ। ਈਵਨ ਇੱਥੇ ਨਹੀਂ ਲਿਖਿਆ ਹੈਗਾ ਨੰਬਰ, ਤੇ ਜਦੋਂ ਨੰਬਰ ਨਾ ਲਿਖਿਆ ਹੋਵੇ ਡੈਫੀਨੇਟਲੀ ਹੈ ਕਿ ਸਾਨੂੰ ਜਿਹੜਾ ਫਿਲ ਇਨ ਦੀ ਬਲੈਂਕਸ ਦੇ ਵਿੱਚ ਕੋਈ ਵੀ ਆਨਸਰ ਸਾਡਾ ਨੰਬਰ ਵਾਲਾ ਨਹੀਂ ਹੋਊਗਾ। ਇਹ ਚੀਜ਼ਾਂ ਸਾਨੂੰ ਮਾਈਂਡ 'ਚ ਰੱਖਣੀਆਂ ਪੈਣੀਆਂ ਤਾਂ ਕਿ ਉੱਧਰ ਜਾ ਕੇ ਤੁਸੀਂ ਕਿਤੇ ਐਵੇਂ ਨੰਬਰ ਦੇ ਵਿੱਚ ਕਨਫਿਊਜ਼ ਨਾ ਹੋਵੋ। ਸੋ ਓਨਲੀ 2 ਵਰਡਸ ਮੀਨਸ 2 ਵਰਡਸ 3 ਵਰਡਸ ਨਹੀਂ ਹੋ ਸਕਦੇ, 1 ਵਰਡ ਹੋ ਸਕਦਾ, 2 ਵਰਡ ਦਾ ਆਨਸਰ ਹੋ ਸਕਦਾ। ਸੋ ਲੈਟਸ ਸਟਾਰਟ ਵਾਟ ਵੀ ਹੈਵ ਟੂ ਫਾਈਂਡ ਰਿਸਰਚ ਇਨਟੂ ਹਾਊ ਪੇਰੈਂਟਸ ਟਾਕ ਟੂ ਬੇਬੀਜ਼। ਕਿ ਪੇਰੈਂਟਸ ਆਪਣੇ ਬੱਚਿਆਂ ਦੇ ਨਾਲ ਕਿਵੇਂ ਗੱਲਬਾਤ ਕਰਦੇ ਆ ਉਹਦੇ ਉੱਤੇ ਰਿਸਰਚ ਹੋਈ ਆ, ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਕੁਐਸਚਨ ਨੰਬਰ 18, 19, 20th, 21st, 22nd ਐਂਡ 23rd। ਇਟ ਮੀਨਸ ਕੀ ਆ ਕਿ ਸਾਡਾ 18 ਆ ਤੇ ਸਾਡੇ ਪੈਸੇ ਸੈਕਿੰਡ ਦੇ ਕੁਐਸਚਨ ਆ ਸਟੂਡੈਂਟਸ। ਪੈਸੇ ਸੈਕਿੰਡ ਸਾਡਾ ਤੁਹਾਨੂੰ ਪਤਾ ਕਿ 14 ਤੋਂ ਸਟਾਰਟ ਹੁੰਦਾ ਹਮੇਸ਼ਾ। ਇਟ ਮੀਨਸ ਕੀ ਆ ਕਿ ਸਾਡਾ 14, 15, 16 ਐਂਡ 17 ਕੁਐਸਚਨ ਉਹ ਆਲਰੇਡੀ ਹੋ ਚੁੱਕੇ ਆ। ਇਹਦਾ ਮਤਲਬ ਇਹ ਹੋਇਆ ਕਿ ਅਸੀਂ ਜਿਹੜਾ ਪੈਸੇਜ ਆ ਉਹਨੂੰ ਵੀ ਬਿਲਕੁਲ ਸਟਾਰਟਿੰਗ ਤੋਂ ਨਹੀਂ ਪੜ੍ਹਨ ਦੀ ਸਾਨੂੰ ਲੋੜ ਹੈਗੀ, ਥੋੜਾ ਅੱਗੇ ਜਾ ਕੇ ਪੜਾਂਗੇ ਬਿਕੋਜ਼ ਆਲਰੇਡੀ 3-4 ਕੁਐਸਚਨ ਸਾਡੇ ਨਿਕਲ ਚੁੱਕੇ ਆ। ਸੋ ਇਸ ਤਰ੍ਹਾਂ ਦੀਆਂ ਟੈਕਨੀਕਸ ਨੂੰ ਮਾਈਂਡ 'ਚ ਰੱਖ ਕੇ ਤੁਸੀਂ ਆਪਣਾ ਟਾਈਮ ਸਟੂਡੈਂਟਸ ਸੇਵ ਕਰ ਸਕਦੇ ਆ ਹਮੇਸ਼ਾ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ। ਰਿਸਰਚਰਸ ਐਟ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ। ਇਹ ਵਰਡ ਤਾਂ ਸਾਨੂੰ ਈਜ਼ੀਲੀ ਲੱਭ ਜਾਣਾ ਬਿਕੋਜ਼ ਤੁਹਾਨੂੰ ਪਤਾ ਕਦੀ ਵੀ ਨਾਮ ਨੇ ਜਿਹੜਾ ਆ ਉਹ ਚੇਂਜ ਨਹੀਂ ਹੋਣਾ ਹੈਗਾ। ਰਿਸਰਚਰਸ ਐਟ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਯੂਜ਼ਡ ਵਰਬ ਦੀ ਸੈਕੰਡ ਫਾਰਮ ਲੱਗੀ ਆ ਜੀ। ਐਕਟਿਵ ਸੈਂਟੈਂਸ ਬਣਦਾ। ਆ ਸਾਡਾ ਸਬਜੈਕਟ ਆ ਕਿ ਵਾਸ਼ਿੰਗਟਨ ਜਿਹੜੀ ਯੂਨੀਵਰਸਿਟੀ ਹੈਗੀ ਆ ਉਸਨੇ ਯੂਜ਼ ਕੀਤਾ ਕਿਸੇ ਚੀਜ਼ ਨੂੰ, ਜਿਹੜਾ ਇੱਥੇ ਸਾਡਾ ਆਨਸਰ ਬਣਨਾ ਬਿਕੋਜ਼ ਯੂਜ਼ਡ ਫਾਰਮ ਇਹੋ ਜੀ ਫਾਰਮ ਆ ਜਿਹੜੀ ਆਪਣੇ ਤੋਂ ਬਾਅਦ ਡਾਇਰੈਕਟ ਆਬਜੈਕਟ ਲੈਂਦੀ ਆ। ਸੋ ਇਟ ਮੀਨਸ ਕਿ ਇੱਥੇ ਸਾਡਾ ਜੋ ਵੀ ਆਨਸਰ ਆਉਣਾ ਨਾ ਸਟੂਡੈਂਟ ਉਹ ਕੋਈ ਨਾ ਕੋਈ ਨਾਊਨ ਹੋ ਸਕਦਾ ਆ, ਉਹ ਸਾਡਾ ਆਬਜੈਕਟ ਬਣਨਾ। ਸੋ ਕਿਹੜੀ ਚੀਜ਼ ਨੂੰ ਯੂਜ਼ ਕੀਤਾ ਉਹਨੇ ਇਹ ਤਾਂ ਠੀਕ ਆਪਾਂ ਦੇਖ ਲਿਆ, ਬਟ ਜਦੋਂ ਵੀ ਸਟੂਡੈਂਟ ਇਸ ਤਰ੍ਹਾਂ ਦੀਆਂ ਫਿਲਿੰਗ ਦਾ ਬਲੈਂਕਸ ਕਰਦੇ ਆ ਹਮੇਸ਼ਾ ਫਿਲਿੰਗ ਦੇ ਬਲੈਂਕਸ ਤੋਂ ਬਾਅਦ ਵਾਲੀ ਲਾਈਨ ਜ਼ਰੂਰ ਪੜ੍ਹਨੀ ਹੈ ਜੇਕਰ ਇੱਥੇ ਫੁੱਲ ਸਟਾਪ ਨਹੀਂ ਲੱਗਿਆ। ਸੋ ਸਾਡਾ ਇੱਥੇ ਫੁੱਲ ਸਟਾਪ ਨਹੀਂ ਲੱਗਿਆ, ਇਸ ਕਰਕੇ ਆਪਾਂ ਇਸ ਚੀਜ਼ ਨੂੰ ਧਿਆਨ ਨਾਲ ਦੇਖਾਂਗੇ ਕਿ ਯੂਨੀਵਰਸਿਟੀ ਨੇ ਕਿਸੇ ਚੀਜ਼ ਨੂੰ ਯੂਜ਼ ਕੀਤਾ ਟੁਗੈਦਰ ਵਿਦ ਸਪੈਸ਼ਲਾਈਜ਼ਡ ਕੰਪਿਊਟਰ ਪ੍ਰੋਗਰਾਮਸ। ਓਕੇ, ਇਟ ਮੀਨਸ ਕਿ ਉਹਨਾਂ ਨੇ ਕੰਪਿਊਟਰ ਪ੍ਰੋਗਰਾਮਸ ਨੂੰ ਵੀ ਯੂਜ਼ ਕੀਤਾ, ਇਹਦੇ ਨਾਲ ਨਾਲ ਇਹਨਾਂ ਨੇ ਕਿਸੇ ਹੋਰ ਚੀਜ਼ ਨੂੰ ਯੂਜ਼ ਕੀਤਾ ਹੈ। ਸੋ ਆਹ ਜਿੱਥੇ ਸਾਨੂੰ ਮਿਲ ਗਿਆ ਆਹ ਵਾਲੀ ਚੀਜ਼ ਸਾਨੂੰ ਜਿੱਥੇ ਮਿਲ ਜੂਗੀ ਸਟੂਡੈਂਟ ਇਟ ਮੀਨਸ ਕਿ ਉੱਥੇ ਹੀ ਸਾਡਾ ਦੂਸਰਾ ਆਨਸਰ ਵੀ ਹੋਊਗਾ। ਯੂਜ਼ ਕਿਉਂ ਕੀਤੇ ਸੀਗੇ? ਟੂ ਐਨਾਲਾਈਜ਼, ਇਹ ਸੀ ਉਹਨਾਂ ਦਾ ਪਰਪਸ ਇਹਨਾਂ ਦੋਨਾਂ ਚੀਜ਼ਾਂ ਨੂੰ ਯੂਜ਼ ਕਰਨ ਦਾ। ਹਾਊ ਪੇਰੈਂਟਸ ਇੰਟਰੈਕਟਡ ਵਿਦ ਦੇਅਰ ਬੇਬੀਜ਼ ਡਿਊਰਿੰਗ ਏ ਨਾਰਮਲ ਡੇ। ਇੱਕ ਨਾਰਮਲ ਡੇ ਦੇ ਵਿੱਚ ਪੇਰੈਂਟਸ ਨੇ ਆਪਣੇ ਬੱਚਿਆਂ ਦੇ ਨਾਲ ਕਿਵੇਂ ਇੰਟਰੈਕਟ ਕੀਤਾ ਉਸ ਚੀਜ਼ ਨੂੰ ਐਨਾਲਾਈਜ਼ ਕਰਨ ਦੇ ਲਈ ਯੂਨੀਵਰਸਿਟੀ ਨੇ ਕੰਪਿਊਟਰ ਪ੍ਰੋਗਰਾਮਸ ਨੂੰ ਯੂਜ਼ ਕੀਤਾ। ਤੇ ਇੱਕ ਆਪਾਂ ਦੇਖਣੀ ਆ ਵੀ ਦੂਸਰੀ ਕਿਹੜੀ ਚੀਜ਼ ਉਹਨਾਂ ਨੇ ਯੂਜ਼ ਕੀਤੀ ਆ। ਇੱਕ ਇੰਪੋਰਟੈਂਟ ਚੀਜ਼ ਸਟੂਡੈਂਟ ਇੱਥੇ ਇਹ ਆ ਕਿ ਰੀਡਿੰਗ ਦੇ ਵਿੱਚ ਇੱਧਰ ਜਿਹੜੀ ਚੀਜ਼ ਉਹਨੇ ਸਟਾਰਟਿੰਗ 'ਚ ਲਿਖੀ ਆ ਡੈਫੀਨੇਟਲੀ ਉੱਧਰ ਜਾ ਕੇ ਜ਼ਿਆਦਾਤਰ ਉਹ ਐਂਡ ਵਿੱਚ ਲਿਖ ਦਿੰਦਾ, ਤੇ ਜਿਹੜੀ ਚੀਜ਼ ਇੱਧਰ ਐਂਡ 'ਚ ਲਿਖੀ ਆ ਕਈ ਵਾਰੀ ਇਹਨੂੰ ਸਟਾਰਟਿੰਗ 'ਚ ਲਿਖ ਦਿੰਦਾ। ਸੋ ਕਹਿਣ ਦਾ ਮਤਲਬ ਕਿ ਆਰਡਰ ਜਿਹੜਾ ਸੈਂਟੈਂਸ ਦਾ ਰਿਵਰਸ ਹੋ ਜਾਂਦਾ। ਸੋ ਹੁਣ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਲੱਭਣਾ ਕੀ ਆ, ਅਸੀਂ ਲੱਭਣਾ ਵੀ ਯੂਨੀਵਰਸਿਟੀ ਨੇ ਕਿਹੜੀ ਚੀਜ਼ ਨੂੰ ਯੂਜ਼ ਕੀਤਾ। ਚੱਲਦੇ ਹਾਂ ਪੈਸੇਜ ਦੇ ਵਿੱਚ। ਮੈਂ ਤੁਹਾਨੂੰ ਦੱਸਿਆ ਹੀ 3-4 ਕੁਐਸਚਨ ਆਪਾਂ ਛੱਡ ਕੇ ਆਵਾਂਗੇ। ਸੋ ਇੱਥੇ ਅਸੀਂ ਆਪਣਾ ਕੀਵਰਡ ਲੱਭ ਸਕਦੇ ਹਾਂ ਜਿਹੜਾ ਆਪਾਂ ਯੂਨੀਵਰਸਿਟੀ ਦੀ ਗੱਲ ਕਰਦੇ ਸੀਗੇ ਸਟੂਡੈਂਟਸ। ਉਹ ਸਾਡਾ ਯੂਨੀਵਰਸਿਟੀ ਆ ਗਿਆ ਜੀ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ। ਸੋ ਇਹੀ ਸੀਗਾ ਸਾਡਾ ਇੱਧਰਲੇ ਪਾਸੇ ਵੀ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ। ਫਾਦਰਸ ਡੋਂਟ ਯੂਜ਼ ਬੇਬੀ ਟਾਕ ਐਜ਼ ਆਫਨ ਔਰ ਇਨ ਦਾ ਸੇਮ ਵੇ ਐਜ਼ ਮਦਰਸ। ਓਕੇ, ਫਾਦਰਸ ਜਿਹੜੇ ਆ ਕਹਿੰਦਾ ਕਿ ਬੇਬੀ ਟਾਕ ਉਨਾ ਜ਼ਿਆਦਾ ਨਹੀਂ ਕਰਦੇ ਹੈਗੇ ਜਿੰਨਾ ਮਦਰਸ ਕਰਦੀਆਂ ਹੈਗੀਆਂ। ਐਂਡ ਦੈਟ ਇਜ਼ ਪਰਫੈਕਟਲੀ ਓਕੇ, ਬਟ ਦੈਟ ਇਜ਼ ਕਹਿੰਦਾ ਇੰਪੋਰਟੈਂਟ, ਇਹ ਚੀਜ਼ ਓਕੇ ਆ, ਕੋਈ ਡੀਪ ਗੱਲ ਨਹੀਂ ਹੈਗੀ। ਅਕੋਰਡਿੰਗ ਟੂ ਏ ਨਿਊ ਸਟੱਡੀ, ਇੱਕ ਨਿਊ ਸਟੱਡੀ ਮੀਨਸ ਕੀ ਹੋ ਗਿਆ ਸਟੂਡੈਂਟਸ? ਰਿਸਰਚ ਕਰਨਾ, ਤੇ ਰਿਸਰਚ ਨੂੰ ਕਰਨ ਵਾਲੇ ਹੋ ਗਏ ਰਿਸਰਚਰਸ। ਸੋ ਅਕੋਰਡਿੰਗ ਟੂ ਏ ਨਿਊ ਸਟੱਡੀ ਮਾਰਕ ਵੈਂਡਮ ਆਫ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਐਟ ਸਪੋਕੇਨ ਐਂਡ ਕਲੀਗਸ equipped parents with recording devices and speech recognition software।
ਸੌਫਟਵੇਅਰ ਆ ਗਿਆ, ਇਟ ਮੀਨਸ ਕੀ ਆ ਸਾਡੇ ਕੰਪਿਊਟਰ ਪ੍ਰੋਗਰਾਮਸ ਆ ਗਏ ਜਿਹੜੇ ਸਪੈਸ਼ਲਾਈਜ਼ਡ। ਸਪੈਸ਼ਲਾਈਜ਼ਡ ਮੀਨਸ ਕੀ ਆ ਕਿ ਕੋਈ ਪਾਰਟਿਕੂਲਰ ਚੀਜ਼ ਆ ਜਿਹੜੀ ਡਿਜ਼ਾਈਨ ਕੀਤੀ ਗਈ ਆ ਕੰਪਿਊਟਰ ਦੇ ਵਿੱਚ ਇੱਕ ਪਾਰਟਿਕੂਲਰ ਕੰਮ ਕਰਨੇ ਨੇ, ਜਿਹਨੂੰ ਆਪਾਂ ਸੌਫਟਵੇਅਰ ਕਹਿੰਦੇ। ਜਿਵੇਂ ਕਿ ਅਸੀਂ ਫੋਟੋ ਐਡਿਟ ਕਰਨ ਲਈ ਫੋਟੋਸ਼ਾਪ ਵਰਤਦੇ ਹਾਂ, ਸੋ ਉਹ ਇੱਕ ਸਪੈਸ਼ਲਾਈਜ਼ਡ ਕੰਪਿਊਟਰ ਪ੍ਰੋਗਰਾਮ। ਸੋ ਸਾਡੇ ਕੋਲ ਵੀ ਇੱਥੇ ਕੀ ਆ ਗਿਆ, ਸਪੀਚ ਰਿਕੋਗਨੀਸ਼ਨ, ਸਪੀਚ ਨੂੰ ਰਿਕੋਗਨਾਈਜ਼ ਕਰਨ ਵਾਲੇ ਸੌਫਟਵੇਅਰ ਯੂਜ਼ ਕੀਤੇ ਉਹਨਾਂ ਨੇ। ਟੂ ਸਟੱਡੀ ਮੀਨਸ ਕਿ ਪਰਪਸ ਕੀ ਸੀਗਾ, ਟੂ ਐਨਾਲਾਈਜ਼। ਸਟੂਡੈਂਟ ਸਾਡਾ ਜਿਹੜੀ ਲੋਕੇਸ਼ਨ ਆ ਆਲਮੋਸਟ ਆਪਾਂ ਟਿਕਾਣੇ ਜਿਹੜੇ ਲੋਕੇਸ਼ਨ ਤੇ ਪਹੁੰਚ ਗਏ ਆ। ਹੁਣ ਆਪਾਂ ਦੇਖੀਏ ਕਿ ਆਪਾਂ ਨੂੰ ਸੌਫਟਵੇਅਰ ਤਾਂ ਮਿਲ ਗਿਆ, ਬਟ ਸੌਫਟਵੇਅਰ ਤੋਂ ਇਲਾਵਾ ਹੋਰ ਕਿਹੜੀ ਚੀਜ਼ ਯੂਜ਼ ਕੀਤੀ ਉਹਨਾਂ ਨੇ। ਯੂਨੀਵਰਸਿਟੀ ਹੈਜ਼ ਸਪੋਕਨ ਕਲੀਗਸ ਇਕਵਿਪਡ ਪੇਰੈਂਟਸ ਵਿਦ ਰਿਕਾਰਡਿੰਗ ਡਿਵਾਈਸਿਸ ਐਂਡ ਸਪੀਚ ਰਿਕੋਗਨੀਸ਼ਨ ਸੌਫਟਵੇਅਰ। ਸੋ ਆਹ ਵਾਲੀ ਚੀਜ਼ ਤਾਂ ਸਾਡੀ ਆ ਗਈ ਆ। ਸੋ ਇਟ ਮੀਨਸ ਕੀ ਆ ਕਿ ਸਾਡਾ ਜਿਹੜਾ ਆਨਸਰ ਆ ਸਟੂਡੈਂਟਸ 18 ਦਾ ਕੀ ਬਣ ਜਾਊਗਾ, ਉਹਨਾਂ ਨੇ ਯੂਜ਼ ਕੀਤੇ ਆ ਸਟੂਡੈਂਟਸ ਰਿਕਾਰਡਿੰਗ ਡਿਵਾਈਸਿਸ, ਬਿਕੋਜ਼ ਦੂਸਰਾ ਆਨਸਰ ਸਾਡਾ ਜਿਹੜਾ ਆ ਉਹ ਇੱਥੇ ਪਿਆ ਹੋਇਆ ਸੀਗਾ। ਇਹਨੂੰ ਆਪਾਂ ਜਿਹੜਾ ਆ ਇਹ ਟੂ ਸਟੱਡੀ ਲੱਗਿਆ, ਪਰਪਸ ਲੱਗਿਆ, ਇੱਧਰਲੇ ਪਾਸੇ ਸਟੂਡੈਂਟ ਸਾਡਾ ਐਨਾਲਾਈਜ਼ ਲੱਗਿਆ, ਸਪੈਸ਼ਲਾਈਜ਼ਡ ਕੰਪਿਊਟਰ ਪ੍ਰੋਗਰਾਮਸ, ਇੱਧਰਲੇ ਪਾਸੇ ਸਪੀਚ ਰਿਕੋਗਨਾਈਸ਼ਨ। ਤਾਂ ਇੱਥੇ ਆਪਾਂ ਕੀ ਦੇਖਾਂਗੇ ਹੁਣ ਵੀ ਦੂਸਰੀ ਕਿਹੜੀ ਚੀਜ਼ ਯੂਜ਼ ਕੀਤੀ ਉਹਨਾਂ ਨੇ। ਤਾਂ ਸਾਡਾ ਆਨਸਰ ਜਿਹੜਾ ਇੱਥੇ ਸਟੂਡੈਂਟਸ ਉਹ ਕੀ ਬਣ ਜਾਊਗਾ, ਰਿਕਾਰਡਿੰਗ ਡਿਵਾਈਸਿਸ ਨੂੰ ਯੂਜ਼ ਕੀਤਾ। ਈਜ਼ੀ ਸੀਗਾ ਆਨਸਰ, ਇਹ ਕੋਈ ਟਫ ਆਨਸਰ ਨਹੀਂ ਸੀਗਾ ਸਟੂਡੈਂਟਸ। ਇਦਾਂ ਦੇ ਆਨਸਰ ਆਪਾਂ ਈਜ਼ੀਲੀ ਲੱਭ ਸਕਦੇ ਹਾਂ। ਅਗਲੇ ਕੁਐਸਚਨ ਤੇ ਚੱਲਦੇ ਹਾਂ। ਸਾਡਾ ਸੈਂਟੈਂਸ ਇੱਥੇ ਖਤਮ ਹੋ ਗਿਆ ਸਟੂਡੈਂਟ। ਹੁਣ ਯਾਦ ਰੱਖਿਓ, ਦ ਸਟੱਡੀ ਰਿਵੀਲਡ, ਸਟੱਡੀ ਨੇ ਕੀ ਰਿਵੀਲ ਕੀਤਾ। ਦੇਖੋ ਪਹਿਲਾਂ ਸਟੱਡੀ ਕਰ ਲਈ ਉਹਨਾਂ ਨੇ ਆਹ ਚੀਜ਼ਾਂ ਨੂੰ ਯੂਜ਼ ਕਰਕੇ, ਹੁਣ ਇਸ ਸਟੱਡੀ ਨੇ ਸ਼ੋ ਕੀ ਕੀਤਾ। ਦ ਸਟੱਡੀ ਰਿਵੀਲਡ ਦੈਟ ਡੈਸ਼ ਇੰਟੈਂਡਡ ਨਾਟ ਟੂ, ਵਰਬ ਦੀ ਸੈਕੰਡ ਫਾਰਮ ਲੱਗੀ ਹੈ, ਤੇ ਜਦੋਂ ਵਰਬ ਦੀ ਸੈਕੰਡ ਫਾਰਮ ਲੱਗੀ ਹੋਵੇ ਸਟੂਡੈਂਟ ਇੱਥੇ ਜਿਹੜਾ ਸਬਜੈਕਟ ਹੋਣਾ ਉਹ ਇਸ ਸੈਕਸ਼ਨ ਨੂੰ ਪਰਫਾਰਮ ਕਰਨ ਵਾਲਾ ਹੋਊਗਾ। ਟੈਂਡਡ ਨੋਟ ਮੀਨਸ ਕੀ ਆ ਕਿ ਉਹਨਾਂ ਦਾ ਬਿਹੇਵੀਅਰ ਜਾਂ ਉਹ ਕਿਸ ਤਰੀਕੇ ਨਾਲ ਕਰਦੇ ਸੀਗੇ, ਆਪਾਂ ਉਹ ਚੀਜ਼ ਲੱਭਣਾ ਵੀ। ਟੈਂਡ ਨੋਟ ਟੂ ਮੋਡੀਫਾਈ ਦੇਅਰ ਆਰਡੀਨਰੀ ਸਪੀਚ ਪੈਟਰਨਸ ਵੈਨ ਇੰਟਰਐਕਟਿੰਗ ਵਿਦ ਦੇਅਰ ਬੇਬੀ। ਸੈਂਟੈਂਸ ਖਤਮ ਹੋ ਗਿਆ। ਇਹਦਾ ਮਤਲਬ ਕੀ ਹੋ ਗਿਆ ਕਿ ਇੱਥੇ ਜਿਹੜਾ ਬੰਦਾ ਆਊਗਾ, ਜਿਹੜੀ ਵੀ ਚੀਜ਼ ਇੱਥੇ ਯੂਜ਼ ਹੋਣੀ ਆ, ਉਸਨੇ ਕਹਿੰਦਾ ਆਪਣੇ ਮੋਡੀਫਾਈ ਨਹੀਂ ਕੀਤਾ ਆਪਣੇ ਆਮ ਸਪੀਚ ਪੈਟਰਨਸ ਨੂੰ। ਮੀਨਸ ਕਿ ਜਿਸ ਤਰੀਕੇ ਨਾਲ ਉਹ ਨੋਰਮਲ ਲਾਈਫ 'ਚ ਬੋਲਦੇ ਆ ਨਾ, ਉਹਨਾਂ ਨੇ ਉਸ ਤਰੀਕੇ ਨਾਲ ਹੀ ਬੋਲਿਆ ਆ, ਉਹਨੂੰ ਚੇਂਜ ਨਹੀਂ ਕੀਤਾ, ਮੋਡੀਫਾਈ ਨਹੀਂ ਕੀਤਾ। ਸਿਨੋਨੀਮਸ ਨੂੰ ਮਾੜਾ ਮੋਟਾ ਆਪਾਂ ਮਾਈਂਡ 'ਚ ਰੱਖ ਸਕਦੇ ਕਿ ਚੇਂਜ ਵੀ ਕਿਤੇ ਨਾ ਕਿਤੇ ਲਿਖਿਆ ਹੋ ਸਕਦਾ ਉੱਧਰ। ਵੈਨ ਇੰਟਰੈਕਟਿੰਗ ਵਿਦ ਬੇਬੀਜ਼, ਕਿ ਜਦੋਂ ਬੱਚਿਆਂ ਦੇ ਨਾਲ ਗੱਲਬਾਤ ਕਰ ਰਹੇ ਆ, ਜਦੋਂ ਬੱਚਿਆਂ ਦੇ ਨਾਲ ਇੰਟਰੈਕਟ ਹੋ ਰਹੇ ਆ। ਆਰਡੀਨਰੀ ਸਪੀਚ ਨੂੰ ਚੇਂਜ ਨਹੀਂ ਕੀਤਾ ਗਿਆ। ਕਿੰਨੇ ਚੇਂਜ ਨਹੀਂ ਕੀਤਾ ਉਹ ਆਪਾਂ ਇੱਥੇ ਲੱਭਾਂਗੇ ਸਟੂਡੈਂਟਸ। ਓਬਵੀਅਸਲੀ ਸਾਡਾ ਆਨਸਰ ਇੱਥੇ ਹੀ ਹੋਊਗਾ। ਸਟੱਡੀ ਦ ਯੰਗਸਟਰਸ ਡਿਊਰਿੰਗ ਏ ਨਾਰਮਲ ਡੇ, ਇੱਥੇ ਤੱਕ ਸਾਡਾ ਪਹਿਲਾ ਸੈਂਟੈਂਸ ਖਤਮ ਹੋ ਗਿਆ ਸੀਗਾ। We found that moms do exactly what you would expect. So we found that it means ਕਿ ਸਟੱਡੀ ਨੇ ਕੀ ਫਾਊਂਡ ਕੀਤਾ, ਜਿਹੜੇ ਬੰਦੇ ਨੇ ਸਟੱਡੀ ਕੀਤੀ ਸੀਗੀ, that ਜਿਹੜੀਆਂ ਮੋਮਸ ਆ ਕਹਿੰਦਾ ਐਗਜ਼ੈਕਟਲੀ ਉਹੀ ਕਰਦੀਆਂ ਜੋ ਤੁਸੀਂ ਐਕਸਪੈਕਟ ਕਰਦੇ ਆ। what is being described many times over, ਜਿਹੜਾ ਕਿ ਪਹਿਲਾਂ ਵੀ ਕਹਿੰਦਾ ਆਪਾਂ ਡਿਸਕ੍ਰਾਈਬ ਕਰ ਚੁੱਕੇ ਹਾਂ। Van Damme explains, Van Damme ਕੌਣ ਸੀਗਾ ਜਿਸਨੇ ਇਹ ਸਟੱਡੀ ਕੀਤੀ ਸੀਗੀ। Van Damme explains but we found that dads are not doing the same thing, ਜਿਹੜੇ dads ਆ ਉਹ ਕਹਿੰਦਾ same thing ਨਹੀਂ ਕਰਦੇ ਹੈਗੇ। Dads didn't raise their pitch or fundamental frequency when they talked to kids। ਲੋਕੇਸ਼ਨ ਤੇ ਪਹੁੰਚ ਚੁੱਕੇ ਹਾਂ ਸਟੂਡੈਂਟਸ। talked to kids, talked to kids means ਕੀ ਆ, interacting with babies। ਇਹ ਆ ਗਿਆ ਸਾਡਾ। ਅੱਛਾ ਜੀ, ਹੁਣ ਆਪਾਂ ਲੱਭਦੇ ਵੀ ਕੀ ਪਏ ਸੀਗੇ ਕਿ ਡੈਡਸ ਡਿਡ ਨੋਟ ਰੇਜ਼ ਦੇਅਰ ਪਿਚ, ਡੈਡਸ ਨੇ ਕੁਝ ਨਹੀਂ ਕੀਤਾ। ਠੀਕ ਹੈ ਜੀ, ਡਿਡ ਨੋਟ ਰੇਜ਼ ਦੇਅਰ ਪਿਚ, ਆਪਣੀ ਆਵਾਜ਼ ਨੂੰ ਉੱਚਾ ਨਹੀਂ ਕੀਤਾ। ਪਲੱਸ ਫੰਡਾਮੈਂਟਲ ਫ੍ਰੀਕੁਐਂਸੀ, ਉਹ ਜਿਸ ਪੇਸ ਦੇ ਨਾਲ ਬੋਲਦੇ ਆ, ਜਿਸ ਸਪੀਡ ਦੇ ਨਾਲ ਜਾਂ ਬੋਲਦੇ ਹੋਊਗੇ, ਉਸ ਚੀਜ਼ ਨੂੰ ਵੀ ਉਹਨਾਂ ਨੇ ਕਹਿੰਦਾ ਚੇਂਜ ਨਹੀਂ ਕੀਤਾ। ਇਟ ਮੀਨਸ ਕੀ ਆ ਕਿ ਉਹਨਾਂ ਨੇ ਆਹ ਕੰਮ ਨਹੀਂ ਕੀਤੇ। ਹੁਣ ਚੇਂਜ ਵਰਡ ਕਿਤੇ ਨਹੀਂ ਲਿਖਿਆ, ਬਟ ਉਹ ਕਹਿੰਦਾ ਕਿ ਆਪਣੀ ਪਿਚ ਨੂੰ ਵੀ ਉਹ ਉੱਚੀ ਨਹੀਂ ਕਰਦੇ, ਪਲੱਸ ਆਪਣੀ ਫੰਡਾਮੈਂਟਲ ਫ੍ਰੀਕੁਐਂਸੀ ਨੂੰ ਵੀ ਉਹ ਜਿਹੜਾ ਆ ਰੇਜ਼ ਨਹੀਂ ਕਰਦੇ ਹੈਗੇ ਜਦੋਂ ਉਹ ਬੱਚਿਆਂ ਨੂੰ ਗੱਲਬਾਤ ਕਰਦੇ ਆ। ਸੋ ਇੱਥੇ ਵੀ ਕੀ ਲਿਖਿਆ ਸੀ, ਇਟ ਮੀਨਸ ਕਿ ਸਟੱਡੀ ਨੇ ਰਿਵੀਲ ਕੀਤਾ ਕਿ ਸਮਵਨ ਨਾਟ ਮੋਡੀਫਾਈ ਦੇਅਰ ਆਰਡੀਨਰੀ ਸਪੀਚ ਪੈਟਰਨਸ, ਮੀਨਸ ਕਿ ਆਪਣੇ ਨਾਰਮਲ ਪੈਟਰਨਸ ਨੂੰ ਚੇਂਜ ਨਹੀਂ ਕਰਦੇ। ਤੇ ਕੌਣ ਚੇਂਜ ਨਹੀਂ ਕਰਦੇ ਪਏ ਹੈਗੇ, ਹੁਣ ਇਹ ਆਪਾਂ ਕੀ ਦੇਖਦੇ ਹਾਂ ਸਟੂਡੈਂਟਸ, ਡੈਡਸ। ਇਟ ਮੀਨਸ ਕੀ ਆ ਕਿ ਡੈਡਸ ਜਿਹੜੇ ਆ ਸਟੂਡੈਂਟਸ, ਉਹ ਸਾਡਾ ਇੱਥੇ ਕੀ ਆਨਸਰ ਬਣ ਜਾਊਗਾ ਕਿ ਡੈਡਸ ਜਿਹੜੇ ਆ ਉਹ ਕਦੇ ਵੀ ਆਪਣੀ
ਆਰਡੀਨਰੀ ਸਪੀਚ ਪੈਟਰਨਸ ਨੂੰ ਮੋਡੀਫਾਈ ਨਹੀਂ ਕਰਦੇ ਜਦੋਂ ਉਹ ਆਪਣੇ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਆ। ਹੋਪ ਆ ਕਿ ਤੁਹਾਨੂੰ ਸਮਝ ਲੱਗਿਆ ਹੋਊਗਾ। ਚੱਲਦੇ ਹਾਂ ਜੀ ਅਗਲੇ ਕੁਐਸਚਨਸ ਦੇ ਉੱਤੇ। ਅਕੋਰਡਿੰਗ ਟੂ ਐਨ ਆਈਡੀਆ ਨੋਨ ਐਜ਼ ਡੈਸ਼। ਓਕੇ, ਆਪਾਂ ਲੱਭਣੀ ਆ ਵੀ ਕੋਈ ਆਈਡੀਆ ਆ ਜਿਹੜਾ ਨੋਨ ਐਜ਼ ਆ। ਨੋਨ ਐਜ਼ ਦਾ ਮਤਲਬ ਹੈਗਾ ਆ ਕਿ ਉਸ ਨੂੰ ਕਿਸੇ ਹੋਰ ਤਰੀਕੇ ਦੇ ਨਾਲ ਵੀ ਜਾਣਿਆ ਜਾਂਦਾ ਹੈ। ਸੋ ਆਪਾਂ ਨੂੰ ਆਨਸਰ ਦੇਣਾ ਇਸ ਵਰਡ ਨੇ, ਨੋਨ ਐਜ਼ ਕਿਸ ਤਰੀਕੇ ਨਾਲ ਕੋਈ ਚੀਜ਼ ਜਾਣੀ ਜਾਂਦੀ, ਉਹ ਇੱਥੇ ਆਨਸਰ ਲੱਗਣਾ ਹੈ ਸਾਡਾ। ਦੂਸਰੀ ਚੀਜ਼ ਫੁੱਲ ਸਟਾਪ ਨਹੀਂ ਲੱਗਿਆ, ਹਲੇ ਕੌਮਾ ਲੱਗਿਆ। ਅਗਲਾ ਸੈਂਟੈਂਸ ਵੀ ਪੜਾਂਗੇ ਆਪਾਂ। They may use a more adult type of speech. Okay, they may use a more adult type of speech. ਕਿਉਂ? To prepare. Purpose ਕੀ ਹੈ ਇਸ ਸਪੀਚ ਨੂੰ ਯੂਜ਼ ਕਰਨ ਦਾ? ਤਾਂ ਕਿ ਉਹ ਆਪਣੇ ਬੱਚਿਆਂ ਨੂੰ ਪ੍ਰਪੇਅਰ ਕਰ ਸਕਣ for the language they will hear outside the family home। ਤਾਂ ਕਿ ਉਹ ਆਪਣੇ ਬੱਚਿਆਂ ਨੂੰ ਇਸ ਹਿਸਾਬ ਨਾਲ ਪ੍ਰਪੇਅਰ ਕਰ ਸਕਣ ਕਿ ਉਹ ਜਿਹੜੇ ਆ ਉਸ ਲੈਂਗੁਏਜ ਨੂੰ ਵੀ ਸੁਣਨ ਜਿਹੜੀ ਉਹ ਆਪਣੀ ਫੈਮਿਲੀ ਆਪਣੇ ਪਰਿਵਾਰ ਤੋਂ ਬਾਹਰ ਜਾ ਕੇ ਸੁਣਨਗੇ। ਸੋ ਆਪਾਂ ਇੱਥੇ ਕੀ ਦੇਖਣਾ ਵੀ ਅਕੋਰਡਿੰਗ ਟੂ ਐਨ ਆਈਡੀਆ ਨੂੰ ਕੀ ਕਿਹਾ ਜਾਂਦਾ, ਉਹ ਇੱਥੇ ਆਪਾਂ ਲੱਭਦੇ ਹਾਂ। ਠੀਕ ਹੈ ਜੀ, ਅੱਗੇ ਚਲੀਏ। ਇੱਥੇ ਤੱਕ ਸਾਡਾ ਹੋ ਗਿਆ ਸੀਗਾ देयर रोल मे बी रूटेड in what is called। what is called it means known as called as। ठीक है, देयर रोल मे बी रूटेड in what is called the bridge hypothesis। it means कि ਆਪਾਂ ਇਹਨੂੰ ਥੋੜਾ ਹਾਈਲਾਈਟ ਕਰ ਲਈਏ ਕਿ ਜਿਹੜੀ ਚੀਜ਼ ਨੂੰ ਬ੍ਰਿਜ ਹਾਈਪੋਥੇਸਿਸ ਵੀ ਕਿਹਾ ਜਾਂਦਾ ਹੈ which dates back to 1975, ਜਿਹੜੀ ਕਿ 1975 ਤੋਂ ਆਪਾਂ ਜਿਹਦੀ ਹੋਂਦ ਮੰਨ ਸਕਦੇ ਹਾਂ। it suggests, it ਤਾਂ ਲਗਾਇਆ ਸਟੂਡੈਂਟਸ ਕਿ ਪ੍ਰੋਨਾਉਨ ਲੱਗਿਆ, ਇਟ ਮੀਨਸ ਕਿ ਸਾਨੂੰ ਅਗਲਾ ਸੈਂਟੈਂਸ ਵੀ ਪੜ੍ਹਨਾ ਪੈਣਾ। it suggests that fathers use less familiar language to provide their children with a bridge to the kind of speech they will hear in public। ਸੋ ਪਹਿਲਾਂ ਤਾਂ ਆਪਾਂ ਕੀਵਰਡਸ ਨੂੰ ਮੈਚ ਕਰ ਲਈਏ। ਕਹਿੰਦਾ ਕਿ ਜਿਹੜੇ ਫਾਦਰਸ ਹੈਗੇ ਆ ਨਾ ਸਟੂਡੈਂਟਸ, ਉਹ ਲੈਸ ਯੂਜ਼ ਫੈਮੀਲੀਅਰ ਲੈਂਗੁਏਜ ਨੂੰ ਘੱਟ ਯੂਜ਼ ਕਰਦੇ ਆ ਤਾਂ ਕਿ ਟੂ ਪ੍ਰੋਵਾਈਡ, ਤਾਂ ਕਿ ਉਹ ਪ੍ਰੋਵਾਈਡ ਕਰ ਸਕਣ ਆਪਣੇ ਬੱਚਿਆਂ ਨੂੰ ਕੀ ਅ ਬ੍ਰਿਜ ਟੂ ਦਾ ਕਾਈਂਡ ਆਫ ਸਪੀਚ ਦੇ ਵਿਲ ਹੀਅਰ ਇਨ ਪਬਲਿਕ। ਇਟ ਮੀਨਸ ਕੀ ਹੈਗਾ ਆ ਕਿ ਇੱਧਰ ਸਾਨੂੰ ਕੀ ਕਹਿ ਰਿਹਾ ਸੀਗਾ ਕਿ ਦੇ ਮੇ ਯੂਜ਼ ਏ ਮੋਰ ਅਡਲਟ ਟਾਈਪ ਆਫ ਸਪੀਚ। ਇੱਧਰ ਉਹਨੇ ਲਿਖਿਆ ਕਿ ਉਹ ਲੈਸ ਫੈਮੀਲੀਅਰ ਲੈਂਗੁਏਜ ਨੂੰ ਯੂਜ਼ ਕਰਦੇ ਆ। ਇਟ ਮੀਨਸ ਕੀ ਆ ਕਿ ਅਡਲਟ ਲੈਂਗੁਏਜ ਨੂੰ ਯੂਜ਼ ਕਰਦੇ ਆ ਟੂ ਪ੍ਰਪੇਅਰ, ਤਾਂ ਕਿ ਉਹ ਆਪਣੇ ਬੱਚਿਆਂ ਨੂੰ ਪ੍ਰਪੇਅਰ ਕਰ ਸਕਣ, ਤਾਂ ਕਿ ਉਹ ਆਪਣੇ ਬੱਚਿਆਂ ਨੂੰ ਪ੍ਰੋਵਾਈਡ ਕਰ ਸਕਣ। ਆਪਣੇ ਬੱਚਿਆਂ ਨੂੰ ਪ੍ਰੋਵਾਈਡ ਕਰ ਸਕਣ, ਕੀ ਪ੍ਰੋਵਾਈਡ ਕਰ ਸਕਣ? with a bridge of the bridge to the kind of speech they will hear in public। ਇਸ ਤਰ੍ਹਾਂ ਦੀ ਸਪੀਚ ਦੇ ਲਈ ਜਿਹੜੀ ਕਿ ਉਹ ਪਬਲਿਕ ਦੇ ਵਿੱਚ ਸੁਣਨਗੇ। infants for their language they will hear outside the family। outside the family means ਕਿ ਪਬਲਿਕ ਦੇ ਵਿੱਚ ਸੁਣਨਗੇ। ਸੋ ਆਪਾਂ ਲੋਕੇਸ਼ਨ ਤੇ ਪਹੁੰਚ ਚੁੱਕੇ ਹਾਂ। ਸੋ what is called ਸਾਡਾ ਆਨਸਰ ਸੀਗਾ ਕਿ ਅਕੋਰਡਿੰਗ ਟੂ ਐਨ ਆਈਡੀਆ, ਕਿਹੜੇ ਆਈਡੀਆ ਦੇ ਅਕੋਰਡਿੰਗ? that is called bridge hypothesis। ਸੋ ਸਾਡਾ ਇੱਥੇ ਆਨਸਰ ਜਿਹੜਾ ਸਟੂਡੈਂਟ ਬਣਨਾ ਆ ਉਹ ਕਿਹੜਾ ਬਣੂਗਾ? bridge hypothesis। ਸੋ ਇਸ ਤਰ੍ਹਾਂ ਸਟੂਡੈਂਟ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ। ਅਕੋਰਡਿੰਗ ਟੂ ਦਾ ਰਿਸਰਚਰਸ ਦੇ ਅਕੋਰਡਿੰਗ ਹੀਅਰਿੰਗ ਬੇਬੀ ਟਾਕ ਫਰੋਮ ਵਨ ਪੇਰੈਂਟ ਐਂਡ ਨੋਰਮਲ ਲੈਂਗੁਏਜ ਫਰੋਮ ਦਾ ਅਦਰ। ਓਕੇ, ਅਗਰ ਆਪਾਂ ਕਹਿੰਦਾ ਇੱਕ ਪੇਰੈਂਟ ਤੋਂ ਅਗਰ ਆਪਾਂ ਬੇਬੀ ਟਾਕ ਨੂੰ ਸੁਣਦੇ ਆ ਐਂਡ ਨੋਰਮਲ ਲੈਂਗੁਏਜ, ਤੇ ਇੱਕ ਨੋਰਮਲ ਲੈਂਗੁਏਜ ਸੁਣਦੇ ਆ ਫਰੋਮ ਦਾ ਅਦਰ। ਠੀਕ ਆ, ਕਿਸੇ ਹੋਰ ਤੋਂ ਆਪਾਂ ਇੱਕ ਨੋਰਮਲ ਲੈਂਗੁਏਜ ਸੁਣਦੇ ਆ ਤੇ ਬੇਬੀ ਟਾਕ ਸੁਣਦੇ ਆ ਆਪਾਂ ਪੇਰੈਂਟਸ ਦੇ ਕੋਲੋਂ। ਐਕਸਪਾਂਡਸ, ਇਹਦੇ ਨਾਲ ਕੀ ਹੁੰਦਾ? ਇਹਨੂੰ ਹੇਅਰ ਕਰਨ ਦੇ ਨਾਲ ਕੀ ਹੁੰਦਾ? ਐਕਸਪੈਂਡ ਮੀਨਸ ਕਿ ਸਮਥਿੰਗ ਕੁਛ ਨਾ ਕੁਛ ਡਿਵੈਲਪ ਹੁੰਦਾ ਆ। ਐਕਸਪੈਂਡਸ ਦਾ ਬੇਬੀਜ਼ ਦੀ ਕਿਸੇ ਨਾ ਕਿਸੇ ਚੀਜ਼ ਨੂੰ ਡਿਵੈਲਪ ਕਰਦਾ ਆ। ਡੈਸ਼ ਆਫ ਟਾਈਪਸ ਆਫ ਸਪੀਚ ਮੀਨਸ ਕੀ ਆ? ਵਿਚ ਦੇ ਕੈਨ ਪ੍ਰੈਕਟਿਸ। ਸੋ ਉਹਨੂੰ ਉਹ ਪ੍ਰੈਕਟਿਸ ਕਰ ਸਕਦੇ ਆ ਕਿ ਇਹਨੂੰ ਸਪੀਚ ਦੀਆਂ ਟਾਈਪਸ ਨੂੰ, ਤੇ ਟਾਈਪਸ ਆਫ ਕਾਹਦੀਆਂ ਉਹ ਆਪਾਂ ਦੇਖਾਂਗੇ ਜੋ ਕਿ ਬੇਬੀ ਦੀਆਂ ਹੈਗੀਆਂ। ਸੋ ਇਟ ਕਹਿਣ ਦਾ ਮਤਲਬ ਇਹ ਹੈਗਾ ਕਿ ਪੇਰੈਂਟਸ ਨੂੰ ਬੇਬੀ ਟਾਕ ਨੂੰ ਪੇਰੈਂਟਸ ਦੇ ਕੋਲੋਂ ਸੁਣਨਾ ਤੇ ਨਾਰਮਲ ਲੈਂਗੁਏਜ ਨੂੰ ਕਿਸੇ ਹੋਰ ਦੇ ਕੋਲੋਂ ਸੁਣਨ ਦੇ ਨਾਲ ਬੇਬੀ ਦਾ ਕੁਛ ਨਾ ਕੁਛ ਐਕਸਪੈਂਡ ਹੁੰਦਾ, ਮੀਨਸ ਕਿ ਡਿਵੈਲਪ ਹੁੰਦਾ ਆ। ਚੱਲਦੇ ਆ ਕੁਐਸਚਨ ਦੇ ਵਿੱਚ। ਦਾ ਆਈਡੀਆ is that a kid gets to practice a certain kind of speech with mom and another। okay, mom means ਕੀ ਹੋ ਗਿਆ students? mom means one parent। ਸਾਡਾ one parent ਦਾ ਆਨਸਰ ਆ ਗਿਆ ਇੱਥੇ। one parent ਤੋਂ ਬਾਅਦ ਉਹਨੇ ਕਿਹਾ another, so it means ਕਿ ਸਾਡਾ from the other ਇਹ ਵੀ ਆ ਗਿਆ। ਹੁਣ ਹੁੰਦਾ ਕੀ ਇਹਦੇ ਨਾਲ ਉਹ ਆਪਾਂ ਦੇਖ ਲਈਏ ਕਿ ਜੇ ਸਾਡੇ ਕੀਵਰਡਸ ਸਟੂਡੈਂਟਸ ਮੈਚ ਹੋ ਗਏ, ਆਪਾਂ ਕੀਵਰਡਸ ਨੂੰ ਹਾਈਲਾਈਟ ਕਰ ਲਈਏ। mom, other,
इधर उन्होंने क्या वन पेरेंट, इधर उन्होंने क्या आया फ्रॉम द अदर। ठीक है जी। मॉम अदर काइंड ऑफ स्पीच विद डैड। सो ਇਹਦਾ रिजल्ट ਕੀ ਆਊਗਾ द किड then, किड मीनस कि बच्चा, सो इधर भी उन्हें क्या बेबी। ठीक है। किड then हैज़ ए वाइडर, वाइडर मीनस ਕੀ ਹੁੰਦਾ ਕਿਸੇ ਚੀਜ਼ ਨੂੰ ਵੱਡਾ ਕਰ ਲੈਣਾ। ਕੰਪੈਰੀਜ਼ਨ ਕੰਪੈਰੀਟਿਵ ਡਿਗਰੀ ਲੱਗੀ ਹੈ, ਇਟ ਮੀਨਸ ਕਿ ਪਹਿਲਾਂ ਨਾਲੋਂ ਜ਼ਿਆਦਾ ਵੱਡਾ ਕੁਛ ਨਾ ਕੁਛ ਉਹਦਾ ਜਿਹੜਾ ਵਾਈਡ ਹੋ ਜਾਊਗਾ। ਸੋ ਇੱਥੇ ਉਹਨੇ ਕਿਹਾ ਐਕਸਪੈਂਡ ਕਰੂਗਾ। ਐਕਸਪੈਂਡ ਕੀ ਕਰੂਗਾ ਵਾਈਡਰ ਰਿਪਰਟੋਇਰ ਆਫ ਕਾइंड्स ऑफ स्पीच। काइंड्स ऑफ स्पीच स्टूडेंट फिर साडा मैच हो गया। इट मीनस की आ काइंड्स ऑफ स्पीच, इधर वो कहता टाइप्स ऑफ स्पीच, ਇਹਦਾ मतलब दोनों वर्ड साडे मैच कर गए ਤੇ ਹੁਣ काइंड्स ऑफ स्पीच लग्या, इधर टाइप्स ऑफ स्पीच लग्या, ਇੱਥੇ ਵੀ ऑफ लग्या, ਇੱਥੇ भी ऑफ लग्या। इट मीनस कि साडा आंसर ਜਿਹੜਾ स्टूडेंट्स ਉਹ ਆ ਪਿਆ ਵੀ ਕਿਹੜੀ ਚੀਜ਼ ਵਾਈਡਰ ਹੋ ਰਹੀ ਹੈ, ਰਿਪਰਟੋਇਰ ਜਿਹੜਾ ਆ ਉਹਦਾ ਉਹ ਵਾਈਡ ਹੋ ਰਿਹਾ। ਇਟ ਮੀਨਸ ਕੀ ਆ ਕਿ ਸਾਡਾ ਜਿਹੜਾ ਇੱਥੇ ਆਂਸਰ ਲੱਗੂਗਾ ਉਹ ਰਿਪਰਟੋਇਰ ਲੱਗ ਜੂਗਾ। ਸੋ ਸਟੂਡੈਂਟਸ ਹੋਪ ਹੈ ਕਿ ਤੁਹਾਨੂੰ ਇਹ ਵੀ ਚੀਜ਼ ਕਲੀਅਰ ਹੋ ਗਈ। ਐਕਸਪੈਂਡ ਵਰਡਸ ਵਰਬ ਸੀਗਾ, ਇੱਥੇ ਸਾਡਾ ਵਾਈਡਰ ਜਿਹੜਾ ਐਜ਼ ਏ ਵਰਬ ਯੂਜ਼ ਕੀਤਾ ਹੋਇਆ। ਉਸ ਤੋਂ ਅੱਗੇ ਚੱਲਦੇ ਹਾਂ। ਮੀਨਵਾਈਲ ਇਸੇ ਦੌਰਾਨ ਹੀ ਅਨਦਰ ਸਟੱਡੀ ਕੈਰੀਡ ਆਊਟ ਬਾਏ ਸਾਇੰਟਿਸਟਸ ਫਰੋਮ ਦ ਯੂਨੀਵਰਸਿਟੀ ਆਫ ਵਾਸ਼ਿੰਗਟਨ, ਯੂਨੀਵਰਸਿਟੀ ਆਫ ਵਾਸ਼ਿੰਗਟਨ ਸਾਡਾ ਕੀਵਰਡ ਆ, ਐਂਡ ਦ ਯੂਨੀਵਰਸਿਟੀ ਆਫ ਕਨੈਕਟੀਕਟ, ਇਹਨਾਂ ਦੋਨਾਂ ਨੇ ਸਟੱਡੀ ਕੀਤੀ ਆ। ਕੀ ਰਿਕਾਰਡ ਕੀਤਾ ਇਹਨਾਂ ਨੇ? ਰਿਕਾਰਡ ਕੀਤੀ ਆ ਸਪੀਚ ਐਂਡ ਸਾਊਂਡ, ਸਾਊਂਡ ਤੇ ਸਪੀਚ ਨੂੰ ਇਹਨਾਂ ਨੇ ਯੂਜ਼ ਕੀਤਾ। ਯੂਜ਼ਿੰਗ ਸਪੈਸ਼ਲ, ਕੋਈ ਚੀਜ਼ ਸਪੈਸ਼ਲ ਯੂਜ਼ ਕਰਕੇ ਇਹਨਾਂ ਨੇ ਆ ਦੋ ਚੀਜ਼ਾਂ ਨੂੰ ਜਿਹੜਾ ਆ ਯੂਜ਼ ਕੀਤਾ, ਰਿਕਾਰਡ ਕੀਤਾ। ਦੈਟ ਦਾ ਬੇਬੀਜ਼ ਵਰ ਇਕਿਪਡ ਵਿਦ, ਓਕੇ ਬੇਬੀ ਦੇ ਉੱਪਰ ਕਹਿੰਦਾ ਉਹਨਾਂ ਨੇ ਉਹ ਚੀਜ਼ ਬੇਬੀ ਦੇ ਨਾਲ ਉਹ ਚੀਜ਼ ਇਕਿਪ ਕੀਤੀ ਸੀਗੀ ਇਹਨਾਂ ਚੀਜ਼ਾਂ ਨੂੰ ਰਿਕਾਰਡ ਕਰਨ ਦੇ ਲਈ, ਸਪੀਚ ਐਂਡ ਸਾਊਂਡ ਨੂੰ। ਸੋ ਆਪਾਂ ਦੇਖਾਂਗੇ ਕਿ ਬੇਬੀ ਦੇ ਨਾਲ ਉਹਨਾਂ ਨੇ ਕਿਹੜੀ ਚੀਜ਼ ਨੂੰ ਇਕਿਪ ਕੀਤਾ ਸੀਗਾ ਜਿਹਦੇ ਨਾਲ ਉਹਨਾਂ ਨੇ ਰਿਕਾਰਡ ਕੀਤਾ ਉਹਨਾਂ ਦੀ ਸਪੀਚ ਨੂੰ ਐਂਡ ਸਾਊਂਡ ਨੂੰ। ਸੋ ਸਾਇੰਟਿਸਟ ਫਰੋਮ ਦਾ ਯੂਨੀਵਰਸਿਟੀ ਆਫ ਵਾਸ਼ਿੰਗਟਨ ਆ ਗਿਆ ਸਾਡਾ, ਯੂਨੀਵਰਸਿਟੀ ਆਫ ਕਨੈਕਟੀਕਟ ਆ ਗਿਆ ਹੈ। ਕਲੈਕਟਡ, ਲਓ ਜੀ ਕਲੈਕਟ ਕੀਤੇ ਉਹਨਾਂ ਨੇ, ਇਟ ਮੀਨਸ ਕੀ ਹੈ ਰਿਕਾਰਡ ਕੀਤੇ ਉਹਨਾਂ ਨੇ। थाउजेंड्स ऑफ 30 सेकेंड कन्वर्सेशंस, इट मीन्स क्या स्पीच हो गया। बिटवीन पेरेंट्स एंड दियर बेबीज फिटिंग, फिट किया 26 चिल्ड्रंस विद ऑडियो रिकॉर्डिंग वेस्ट्स, इट मीन्स की हो गया कि उन्होंने ऑडियो रिकॉर्डिंग वेस्ट्स नूं जिहड़ा आ ਉਹ ਲਗਾਇਆ ਹੋਇਆ। ਸੋ ਇਹਦਾ ਮਤਲਬ ਸਟੂਡੈਂਟ ਸਾਨੂੰ ਬਹੁਤਾ ਪੜ੍ਹਨ ਦੀ ਜ਼ਰੂਰਤ ਹੀ ਨਹੀਂ। ਉਹਨਾਂ ਨੇ ਸਪੀਚ ਐਂਡ ਸਾਊਂਡ ਨੂੰ ਰਿਕਾਰਡ ਕੀਤਾ ਹੈ। ਕਿਵੇਂ ਰਿਕਾਰਡ ਕੀਤਾ? ਯੂਜ਼ ਕਰਕੇ ਸਪੈਸ਼ਲ ਦੈਟ ਦਾ ਬੇਬੀਜ਼ ਵਰ ਕਿਪਡ ਵਿਦ, ਬੇਬੀਜ਼ ਨੂੰ ਉਹਦੇ ਨਾਲ ਕਿਪ ਕੀਤਾ ਸੀ। ਤੇ ਇੱਥੇ ਵੀ ਕੀ ਕਹਿ ਰਿਹਾ ਉਹ ਕਿ ਉਹਨਾਂ ਨੇ ਫਿੱਟ ਕੀਤਾ ਸੀਗਾ 26 ਬੱਚਿਆਂ ਨੂੰ ਆਡੀਓ ਰਿਕਾਰਡਿੰਗ ਵੈਸਟਸ ਦੇ ਨਾਲ, ਮੀਨਸ ਕਿ ਉਹਨਾਂ ਦੇ ਜੈਕਟਸ ਟਾਈਪ ਕੋਈ ਚੀਜ਼ਾਂ ਪਵਾਈਆਂ ਹੋਗੀਆਂ ਜਿਨ੍ਹਾਂ ਨੇ ਉਸ ਵੌਇਸ ਨੂੰ ਕੈਪਚਰ ਕੀਤਾ, ਲੈਂਗੁਏਜ ਨੂੰ ਐਂਡ ਸਾਊਂਡ ਨੂੰ ਵੀ ਕੈਪਚਰ ਕੀਤਾ। ਠੀਕ ਹੈ ਜੀ। ਸੋ ਸਟੂਡੈਂਟ ਆਂਸਰ ਸਾਡਾ ਆ ਚੁੱਕਿਆ ਹੈ ਕਿ ਉਹਨਾਂ ਨੇ ਕੀ ਯੂਜ਼ ਕੀਤਾ, ਆਡੀਓ ਰਿਕਾਰਡਿੰਗ ਵੈਸਟਸ। ਠੀਕ ਹੈ। ਹੋਪ ਹੈ ਤੁਸੀਂ ਕਹੋਗੇ ਕਿ ਤੇ ਸਾਡੇ ਇੱਥੇ ਦੇਖੋ ਸਟੂਡੈਂਟ ਡੂ ਵਰਡ ਦੀ ਕੰਡੀਸ਼ਨ ਆ ਸਾਡੇ ਆਂਸਰ, ਇਹ ਵੀ ਜਿਹੜਾ ਆਂਸਰ ਆ ਇਹਦੇ ਵਿੱਚ ਇਹ ਨਾ ਕਿਉਂਕਿ 3 ਵਰਡ ਆ ਗਏ, ਜਦੋਂ ਹਾਈਫਨ ਪਿਆ ਹੁੰਦਾ ਇਸ ਨੂੰ ਆਪਾਂ 1 ਵਰਡ ਚ ਕਾਊਂਟ ਕਰਦੇ ਹਾਂ ਤੇ 1 ਵਰਡ ਚ ਆਇਆ। ਸੋ ਇਸ ਕਰਕੇ ਸਾਡੇ 2 ਵਰਡ ਜਿਹੜੇ ਆ ਬਣ ਜਾਣਗੇ। ਇਸੇ ਤਰ੍ਹਾਂ ਅਗਲਾ ਕੁਐਸਚਨ ਦੇਖਦੇ ਹਾਂ, ਲਾਸਟ ਕੁਐਸਚਨ ਆ that the babies kept when they studied the babies again at age 2, ਜਦੋਂ ਉਹਨਾਂ ਨੇ ਉਹੀ ਬੱਚਿਆਂ ਨੂੰ ਕਹਿੰਦਾ ਦੁਬਾਰਾ 2 ਸਾਲ ਦੀ ਏਜ ਦੇ ਵਿੱਚ ਸਟੱਡੀ ਕੀਤਾ, they found ਉਹਨਾਂ ਨੇ ਕੀ ਦੇਖਿਆ that those who had heard a lot of baby talk, ਕਿ ਜਿਹੜੇ ਬੱਚਿਆਂ ਨੇ ਬਹੁਤ ਜ਼ਿਆਦਾ ਬੇਬੀ ਟਾਕ ਨੂੰ ਸੁਣਿਆ ਸੀਗਾ in infancy had a much larger dash than those who had not, okay ਜਿਹੜੇ ਬੱਚਿਆਂ ਨੇ ਕਹਿੰਦਾ ਆਪਣੇ ਬਚਪਨ ਦੇ ਵਿੱਚ ਇਨਫੈਂਸੀ ਦੇ ਦੌਰਾਨ ਬੇਬੀ ਟਾਕ ਨੂੰ ਸੁਣਿਆ ਸੀਗਾ ਉਹਨਾਂ ਦਾ ਕੁਛ ਨਾ ਕੁਛ ਜ਼ਿਆਦਾ ਸੀਗਾ ਐਜ਼ ਕੰਪੇਅਰ ਟੂ ਦੋਜ਼ ਹੂ ਹੈਡ ਨੋਟ, ਇਟ ਮੀਨਸ ਕਿ ਜਿਨ੍ਹਾਂ ਨੇ ਕੁਛ ਨਹੀਂ ਸੁਣਿਆ ਸੀਗਾ ਉਹਨਾਂ ਨਾਲੋਂ। ਸੋ ਕੰਪੈਰੀਜ਼ਨ ਕੀਤਾ ਹੋਊਗਾ ਕਿਤੇ, ਦੇਖ ਲੈਂਦੇ ਹਾਂ। ਦ ਸਟੱਡੀ ਫਾਊਂਡ ਆ ਗਿਆ, ਇੱਥੇ ਵੀ ਸਾਡਾ ਆ ਗਿਆ ਕਿ ਦੇ ਫਾਊਂਡ that more baby talk parents use the more their youngsters begin to babble, and when researchers saw the same babies at age 2, ਜਦੋਂ 2 ਸਾਲ ਦੀ ਏਜ ਤੇ ਦੇਖਿਆ, they found that frequent baby talk had dramatically boosted, ਕੀ ਬੂਸਟ ਕੀਤਾ ਸੀਗਾ ਜੀ? ਵੋਕੈਬਲਰੀ ਨੂੰ ਬੂਸਟ ਕੀਤਾ ਸੀ। ਰਿਗਾਰਡਲੈਸ ਆਫ ਸੋਸ਼ਲ ਇਕਨੋਮਿਕ ਸਟੇਟਸ, ਦੋਜ਼ ਚਿਲਡਰਨ ਹੂ ਲਿਸਨ ਟੂ ਅ ਲੋਟ ਆਫ ਬੇਬੀ ਟਾਕ ਵਰ talking more than the babies that listen to more adult talk or standard speech। ਕੁਐਸਚਨ ਦਾ ਸਾਡਾ ਸਟੂਡੈਂਟਸ ਆ ਗਿਆ ਕੰਪੈਰੀਜ਼ਨ। ਇੱਥੇ ਕੀ ਕਹਿੰਦਾ ਪਿਆ ਕਿ ਜਿਹੜੇ ਬੱਚਿਆਂ ਨੇ ਬੇਬੀ ਟਾਕ ਨੂੰ ਜ਼ਿਆਦਾ ਸੁਣਿਆ ਸੀਗਾ ਨਾ, ਉਹ ਐਟ ਦੀ ਏਜ ਆਫ 2 ਉਹਨਾਂ ਨੇ ਕੀ ਦੇਖਿਆ ਕਿ ਉਹ ਬੱਚੇ ਜਿਹੜੇ ਆ ਜ਼ਿਆਦਾ ਉਹਨਾਂ ਦੇ ਵਿੱਚ ਉਹਨਾਂ ਦੀ ਵੋਕੈਬਲਰੀ ਬੂਸਟ ਹੋ ਗਈ ਸੀਗੀ। ਉਹਨਾਂ ਦਾ ਸੋਸ਼ੀਓ ਇਕਨੋਮਿਕ ਸਟੇਟਸ ਕੀ ਸੀਗਾ ਇਹਦੇ ਰਿਗਾਰਡਲੈਸ, ਮੀਨਸ ਕਿ ਇਹ ਚੀਜ਼ ਦਾ ਕੋਈ ਕਹਿੰਦਾ ਉਹਦੇ ਵਿੱਚ ਰੋਲ ਨਹੀਂ ਸੀਗਾ। ਜਿਨ੍ਹਾਂ ਨੇ ਬੇਬੀ ਟਾਕ ਨੂੰ ਜ਼ਿਆਦਾ ਸੁਣਿਆ ਸੀ ਉਹਨਾਂ ਦੀ ਵੋਕੈਬਲਰੀ ਬੂਸਟ ਹੋ ਗਈ ਸੀਗੀ
ਦੋਜ਼ ਚਿਲਡਰਨ ਹੂ ਲਿਸਨ ਟੂ ਅ ਲੋਟ ਆਫ ਬੇਬੀ ਟਾਕ, ਜਿਹੜੇ ਬੱਚਿਆਂ ਨੇ ਕਹਿੰਦਾ ਬੇਬੀ ਟਾਕ ਨੂੰ ਜ਼ਿਆਦਾ ਸੁਣਿਆ, ਵਰ ਟਾਕਿੰਗ ਮੋਰ, ਉਹ ਜ਼ਿਆਦਾ ਗੱਲਬਾਤ ਕਰ ਰਹੇ ਸੀਗੇ, ਦੈਨ ਬੇਬੀਜ਼ ਦੈਟ ਲਿਸਨ ਟੂ ਮੋਰ ਅਡਲਟ ਟਾਕ, ਇਟ ਮੀਨਸ ਕਿ ਜਿਨ੍ਹਾਂ ਨੇ ਬੇਬੀ ਟਾਕ ਨੂੰ ਨਹੀਂ ਸੁਣਿਆ ਉਹ ਗੱਲਬਾਤ ਘੱਟ ਕਰ ਰਹੇ ਹੋਣਗੇ। ਸੋ ਇੱਥੇ ਅਗਰ ਆਪਾਂ ਦੇਖੀਏ ਉਹਨੇ ਕੀ ਕਿਹਾ ਸੀਗਾ ਕਿ ਹੂ ਹੈਡ ਹੇਅਰਡ ਅ ਲੋਟ ਆਫ ਬੇਬੀ ਟਾਕ ਇਨ ਇਨਫੈਂਸੀ ਹੈਡ ਅ ਮਚ ਲਾਰਜਰ, ਲਾਰਜਰ ਮੀਨਸ ਕਿ ਆ ਬੂਸਟ ਕਰਨਾ ਕਿ ਉਹਨਾਂ ਵਿੱਚ ਮਚ ਲਾਰਜਰ ਕੀ ਸੀਗੀ, ਓਬਵੀਅਸਲੀ ਇਹਦਾ ਆਨਸਰ ਬਣ ਜੂਗਾ ਕਿ ਉਹਨਾਂ ਦੀ ਵੋਕੈਬਲਰੀ ਜ਼ਿਆਦਾ ਸੀਗੀ ਐਸ ਕੰਪੇਅਰ ਟੂ ਦੂਸਰੇ ਸਟੂਡੈਂਟਸ। ਇਸ ਸਟੂਡੈਂਟਸ ਇਹ ਸੀਗੀਆਂ ਅੱਜ ਦੀਆਂ ਸਾਡੀਆਂ ਫਿਲ ਇਨ ਦਾ ਬਲੈਂਕਸ। ਹੋਪ ਹੈ ਕਿ ਤੁਹਾਨੂੰ ਕਲੀਅਰ ਹੋਇਆ ਹੋਊਗਾ ਵੀ ਈਜ਼ੀਲੀ ਆਨਸਰ ਲੱਭ ਜਾਂਦੇ ਹੁੰਦੇ, ਬਸ ਥੋੜਾ ਜਿਹਾ ਸਮਝਣਾ ਪੈਣਾ ਹੈ ਵੀ ਸਾਨੂੰ ਦਿੱਤਾ ਕੀ ਆ, ਸਾਨੂੰ ਪੁੱਛਿਆ ਕੀ ਆ। ਕੁਐਸਚਨ ਕਲੀਅਰ ਹੋ ਜਾਊਗਾ ਤੁਹਾਨੂੰ ਤੇ ਆਟੋਮੈਟਿਕਲੀ ਆਨਸਰ ਲਾਉਣਾ ਵੀ ਈਜ਼ੀ ਹੋ ਜਾਊਗਾ। ਸੋ ਇਸ ਤਰੀਕੇ ਨਾਲ ਸਟੂਡੈਂਟ ਕਰਕੇ ਤੁਸੀਂ ਟਰਾਈ ਕਰ ਸਕਦੇ ਆ ਕਿ ਤੁਹਾਡੀਆਂ ਫਿਲ ਇਨ ਦਾ ਬਲੈਂਕਸ ਇੰਪਰੂਵ ਹੋ ਰਹੀਆਂ ਜਾਂ ਨਹੀਂ ਹੋ ਰਹੀਆਂ। ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ। ਥੈਂਕ ਯੂ।